ਵਾਰਤਕ ਭਾਗ ਲਾਲਾ ਬਿਹਾਰੀ ਲਾਲ ਪੁਰੀ। ਬਿਹਾਰੀ ਲਾਲ ਪੁਰੀ ਦਾ ਜੀਵਨ ਕਾਲ 1830 ਤੋਂ 85 ਤੱਕ ਹੈ ਅਤੇ ਗੁਰਦਾਸਪੁਰ ਤੋਂ 7 ਮੀਲ ਦੂਰ ਬਹਿਰਾਮਪੁਰ ਪਿੰਡ ਦੇ ਵਿੱਚ ਇੱਕ ਮਹਾਤਮਾ ਬਾਬਾ ਜਗਦੀਸ਼ ਰਾਏ ਹੋਏ ਨੇ ਅਤੇ ਇਹਨਾਂ ਦੀਆਂ 6 ਉਂਗਲਾਂ ਕਰਕੇ ਇਹਨਾਂ ਨੂੰ ਬਾਬਾ ਸ਼ਾਂਗਾ ਜੀ ਕਿਹਾ ਜਾਂਦਾ ਸੀ। ਇਹਨਾਂ ਦੇ ਵੰਸ਼ ਦੇ ਵਿੱਚ ਹੀ ਲਾਲਾ ਬਿਹਾਰੀ ਲਾਲ ਪੁਰੀ ਦਾ ਜਨਮ 1830 ਈਸਵੀ ਦੇ ਵਿੱਚ ਹੁੰਦਾ ਹੈ ਅਤੇ 1885 ਈਸਵੀ ਦੇ ਵਿੱਚ ਇਹਨਾਂ ਦੀ ਮੌਤ ਹੋ ਜਾਂਦੀ ਹੈ। ਅਤੇ ਲੁਧਿਆਣੇ ਦੇ ਵਿੱਚ ਇਹਨਾਂ ਦਾ ਚਾਚਾ ਕੋਤਵਾਲ ਸੀ ਅਤੇ ਲੁਧਿਆਣੇ ਦੇ ਵਿੱਚ ਹੀ ਮਿਡਲ ਸਕੂਲ ਦੇ ਵਿੱਚ ਇਹ ਪੜ੍ਹੇ ਹੈ। ਬਾਰਕ ਮਾਸਟਰੀ ਮਹਿਕਮੇ ਦੇ ਵਿੱਚ ਨਕਸ਼ਾ ਨਵੀਸ ਲੱਗੇ ਸੀ। ਮਾਧੋਪੁਰ ਅਤੇ ਲਾਹੌਰ ਦੇ ਵਿੱਚ 2 ਫ੍ਰੀ ਸਕੂਲ ਖੋਲ੍ਹੇ ਇਹਨਾਂ ਨੇ। ਇਹਨਾਂ ਸਕੂਲਾਂ ਦੇ ਵਿੱਚ ਕੋਈ ਫੀਸ ਨਹੀਂ ਲਈ ਜਾਂਦੀ ਸੀ। ਅਤੇ ਇੱਕ ਲਾਹੌਰ ਦੇ ਵਿਖੇ 7 ਸਭਾ ਸਕੂਲ ਦੇ ਵਿੱਚ ਗੁਰਮੁਖੀ ਪੜ੍ਹਾਈ ਜਾਂਦੀ ਸੀ। ਗੁਰਮੁਖੀ ਪੜ੍ਹਨੀ ਜ਼ਰੂਰੀ ਸੀ। ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਹੁੰਦਾ ਸੀ। ਆਸਾ ਦੀ ਵਾਰ ਲੱਗਦੀ ਸੀ। 7 ਸਭਾ ਸਕੂਲ ਲਾਹੌਰ ਦੇ ਵਿੱਚ ਅਤੇ ਇਸੇ 7 ਸਭਾ ਲਾਹੌਰ ਦੇ ਜੋ ਬਿਹਾਰੀ ਲਾਲ ਪੁਰੀ ਨੇ ਸਕੱਤਰ ਸੀਗੇ। ਅਤੇ ਪੰਜਾਬੀ ਦੀ ਨੀਂਹ ਰੱਖਣ ਵਾਲਿਆਂ ਵਿੱਚੋਂ ਲਾਲਾ ਬਿਹਾਰੀ ਲਾਲ ਪੁਰੀ ਦਾ ਨਾਂ ਸਭ ਤੋਂ ਮੂਹਰੇ ਹੈ। ਇਹ ਕਈ ਬੋਲੀਆਂ ਦੇ ਵਿਦਵਾਨ ਸੀ। ਪੰਜਾਬੀ ਅਤੇ ਹਿੰਦੀ ਦੇ ਵਿੱਚ ਬਹੁਤ ਸਾਰੀਆਂ ਇਹਨਾਂ ਦੀਆਂ ਰਚਨਾਵਾਂ ਸਾਨੂੰ ਮਿਲਦੀਆਂ ਨੇ। ਇੱਥੇ ਨਾਮ ਲਿਖਿਆ ਚਰਿਤਰਾਵਲੀ, ਵਿਦਿਆ ਰਤਨਾਕਰ, ਪੰਜਾਬੀ ਵਿਆਕਰਨ, ਪਿੰਗਲ ਮੰਜਰੀ ਅਤੇ ਅਨੇਕ ਦਰਸ਼ਨ। ਵਿਸ਼ੇਸ਼ਤਾਵਾਂ ਇਹਨਾਂ ਦੀਆਂ ਰਚਨਾਵਾਂ ਨੂੰ ਦੇਖਣ ਤੋਂ ਉਪਰੰਤ ਜਿਹੜੀਆਂ ਸਾਨੂੰ ਮਿਲਦੀਆਂ ਨੇ ਕਿ ਇਹਨਾਂ ਨੇ ਭਾਸ਼ਾਵਾਂ ਕਿਹੜੀਆਂ ਵਰਤੀਆਂ, ਕਿਹੜੀਆਂ ਭਾਸ਼ਾਵਾਂ ਦੇ ਇਹਨਾਂ ਨੂੰ ਗਿਆਨ ਸੀ ਜਾਂ ਇਹਨਾਂ ਨੇ ਰਚਨਾ ਕੀਤੀ ਹੈ। ਪੰਜਾਬੀ, ਹਿੰਦੀ, ਅੰਗਰੇਜ਼ੀ, ਸੰਸਕ੍ਰਿਤ, ਉਰਦੂ ਅਤੇ ਫਾਰਸੀ। ਬੋਲੀ ਇਹਨਾਂ ਦੀ ਠੇਠ ਅਤੇ ਟਕਸਾਲੀ ਪੰਜਾਬੀ ਸੀ, ਪਰ ਕਿਉਂਕਿ ਇਹ ਗੁਰਦਾਸਪੁਰ ਜ਼ਿਲ੍ਹੇ ਦੇ ਨਾਲ ਰਿਲੇਟਡ ਸੀ ਤਾਂ ਉੱਥੇ ਦੁਆਬੀ ਭਾਸ਼ਾ ਬੋਲੀ ਜਾਂਦੀ ਸੀ। ਤਾਂ ਇਹਨਾਂ ਦੀ ਬੋਲੀ ਉੱਤੇ ਇਹਨਾਂ ਦੀ ਸਥਾਨਕ ਭਾਸ਼ਾ ਉਪਭਾਸ਼ਾ ਦੁਆਬੀ ਦਾ ਜੋ ਪ੍ਰਭਾਵ ਪੈਣਾ ਲਾਜ਼ਮੀ ਸੀ। ਸ਼ੈਲੀ ਇਹਨਾਂ ਦੀ ਸਹਿਜ ਸੁਭਾਵਿਕ ਹੈ। ਵਿਸ਼ੇ ਸਿੱਖਿਆਦਾਇਕ, ਗਿਆਨਵਰਧਕ, ਸਦਾਚਾਰਕ ਵਿਸ਼ੇ ਇਹਨਾਂ ਦੀਆਂ ਰਚਨਾਵਾਂ ਦੇ ਵਿੱਚ ਸਾਨੂੰ ਮਿਲਦੇ ਨੇ। ਸ਼ਬਦ ਜੋੜਾਂ ਦੇ ਵਿੱਚ ਪੁਰਾਤਨਤਾ ਦੀ ਝਲਕ ਹੈ। ਨਿੱਕੇ ਲੇਖ ਲਿਖਣ ਨੂੰ ਇਹਨਾਂ ਨੇ ਤਰਜੀਹ ਦਿੱਤੀ ਹੈ। ਇਹਨਾਂ ਦੀਆਂ ਰਚਨਾਵਾਂ ਦੇ ਵਿੱਚ ਕਿਤੇ ਵੀ ਉਚੇਚ ਦਾ ਪ੍ਰਭਾਵ ਸਾਨੂੰ ਨਜ਼ਰ ਨਹੀਂ ਆਉਂਦਾ। ਜਿਵੇਂ ਇਹ ਬੋਲਦੇ ਆ ਉਵੇਂ ਹੀ ਲਿਖਦੇ ਜਾਂਦੇ ਆ। ਬਾਲ ਮਨੋਵਿਗਿਆਨ ਨੂੰ ਆਧਾਰ ਬਣਾ ਕੇ ਇਹਨਾਂ ਨੇ ਬੱਚਿਆਂ ਲਈ, ਛੋਟੇ ਬੱਚਿਆਂ ਲਈ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ ਨੇ। ਪੇਸ਼ਕਾਰੀ ਇਹਨਾਂ ਦੀਆਂ ਰਚਨਾਵਾਂ ਦੇ ਵਿੱਚ ਇਤਿਹਾਸ ਦੀ, ਮਿਥਿਹਾਸ, ਧਰਮ, ਸਦਾਚਾਰ, ਸਾਹਿਤ ਦੀ ਸਾਨੂੰ ਦਿਖਾਈ ਦਿੰਦੀ ਹੈ। ਅਤੇ ਇਹਨਾਂ ਦੀਆਂ ਜੋ ਮੁੱਖ ਰਚਨਾਵਾਂ ਨੇ ਵਿਦਿਆ ਰਤਨਾਕਰ, ਜਿਹਦੇ ਵਿੱਚ 31 ਨਿਬੰਧ ਨੇ। ਅਨੇਕ ਦਰਸ਼ਨ, ਇਹ ਦਰਸ਼ਨ 'ਤੇ ਆਧਾਰਿਤ ਪੁਸਤਕ ਹੈ ਅਤੇ ਵੱਡੀ ਉਮਰ ਦੇ ਜਿਹੜੇ ਲੋਕ ਆ ਉਹਨਾਂ ਦੇ ਲਈ ਲਿਖੀ ਗਈ ਹੈ। ਚਰਿਤਰਾਵਲੀ, ਇਹਦੇ ਵਿੱਚ ਭਾਰਤ ਦੀਆਂ 9 ਇਸਤਰੀਆਂ ਦਾ ਜੋ ਵਿਸ਼ਲੇਸ਼ਣ ਕੀਤਾ ਗਿਆ, ਉਹਨਾਂ ਦਾ ਜੀਵਨੀਆਂ ਉਹਨਾਂ ਦੀਆਂ ਪੇਸ਼ ਕੀਤੀਆਂ ਗਈਆਂ ਕਿ ਇੱਕ ਇਸਤਰੀ ਨੂੰ ਕਿਸ ਤਰ੍ਹਾਂ ਦੀ ਹੋਣਾ ਚਾਹੀਦਾ ਅਤੇ ਇੱਕ ਇਸਤਰੀ ਦੇ ਲਈ ਵਿੱਦਿਆ ਕਿੰਨੀ ਲਾਜ਼ਮੀ ਹੈ। ਇਹ ਗੱਲਾਂ ਦੀ ਪੇਸ਼ਕਾਰੀ ਸਾਨੂੰ ਇਸ ਪੁਸਤਕ ਵਿੱਚੋਂ ਮਿਲਦੀ ਹੈ ਅਤੇ 9 ਭਾਰਤ ਦੀਆਂ ਬਹਾਦਰ ਇਸਤਰੀਆਂ ਦਾ ਇਹਨਾਂ ਵਿੱਚ ਜੀਵਨੀਆਂ ਇਹਨਾਂ ਦੀਆਂ ਦਿੱਤੀਆਂ ਗਈਆਂ। ਪਿੰਗਲ ਮੰਜਰੀ, ਇਸਤਰੀ ਸਿੱਖਿਆ, ਮਨੋਹਰ ਵਾਰਤਾ, ਸਵਾਮੀ ਵਸ਼ੀਕਰਨ, ਬ੍ਰਹਮ ਧਰਮ ਬੀਜ, ਅਨੇਕਾਰਥੀ, ਸੱਤਿਆ ਨਿਰੂਪਣ, ਗਿਆਨ ਮਾਲਾ, ਬੀਜ ਗਣਿਤ, ਵਿਚਾਰ ਕੁੰਡਲੀ, ਪ੍ਰਤੀਬਿੰਬ, ਰਤਨਮਾਲਾ, ਪ੍ਰੀਤ ਉੱਨਤੀ। ਆਹ ਕਾਵ ਰਚਨਾਵਾਂ ਨੇ, ਕਾਵ ਰੂਪ ਦੇ ਵਿੱਚ ਲਿਖੀਆਂ ਮਿਲਦੀਆਂ ਨੇ ਅਤੇ ਆਹ ਨਿਬੰਧ ਵਾਰਤਕ ਰਚਨਾ ਨਿਬੰਧਾਂ ਦੇ ਵਿੱਚ ਲਿਖੀ ਸਾਨੂੰ ਮਿਲਦੀ ਹੈ। ਵਿਸ਼ੇਸ਼ ਕਾਰਜ ਜਿਹੜਾ ਇਹਨਾਂ ਨੇ ਕੀਤਾ ਹੈ ਕਿ ਗੁਰਮੁਖੀ ਲਿਪੀ ਦੇ ਵਿੱਚ ਪੰਜਾਬੀ ਦਾ ਪਹਿਲਾ ਵਿਆਕਰਨ ਲਿਖਿਆ ਹੈ। ਗੁਰਮੁਖੀ ਲਿਪੀ ਦੇ ਵਿੱਚ, ਜਿਹੜੀ ਸਾਡੀ ਗੁਰਮੁਖੀ ਲਿਪੀ ਹੈ, ਉਸ ਦੇ ਵਿੱਚ ਪੰਜਾਬੀ ਦਾ ਪਹਿਲਾ ਵਿਆਕਰਨ ਲਿਖਿਆ ਇਹਨਾਂ ਨੇ। 1867 ਈਸਵੀ ਦੇ ਵਿੱਚ ਆਧਾਰ ਬਣਾਇਆ ਸੰਸਕ੍ਰਿਤ ਵਿਆਕਰਨ ਨੂੰ, ਉਹਦੇ ਬੇਸ 'ਤੇ ਲਿਖਿਆ ਅਤੇ 5 ਭਾਗ ਇਹਦੇ ਟੋਟਲ ਹੈਗੇ ਆ। ਫਿਰ ਇਹਨਾਂ ਨੇ ਪੰਜਾਬੀ ਦਾ ਦੂਜਾ ਵਿਆਕਰਨ ਹੀ 1867 'ਚ ਪਹਿਲਾ ਲਿਖਿਆ, 1868 ਦੇ ਵਿੱਚ ਦੂਜਾ ਲਿਖਿਆ। ਅਤੇ ਆਹ ਇਹਨਾਂ ਦੀ ਚਰਿਤਰਾਵਲੀ ਬੁੱਕ ਦਾ ਫਰੰਟ ਪੇਜ ਜੋ ਉੱਪਰੋਂ ਹੈ, ਕਵਰ ਇਸ ਬੁੱਕ ਦਾ,
ਜਿਹੜੀ ਕਿ ਲਾਲਾ ਬਿਹਾਰੀ ਲਾਲ ਪੁਰੀ ਨੇ ਲਿਖੀ ਸੀ ਬੁੱਕ ਚਰਿਤਰਾਵਲੀ। ਉਹਦਾ ਇਹ ਰਿਵਾਈਜ਼ਡ ਤੇ ਰੀਪਬਲਿਸ਼ਡ ਐਡੀਸ਼ਨ ਹੈ, ਦੁਬਾਰਾ ਪਬਲਿਸ਼ ਕੀਤਾ, ਰਿਵਾਈਜ਼ ਐਡੀਸ਼ਨ ਹੈ। ਇਹ ਕਿਹਨੇ ਪਬਲਿਸ਼ ਕਰਵਾਇਆ? ਇਹਨਾਂ ਦੇ ਬੇਟੇ ਭਾਈ ਬਿਸ਼ਨ ਦਾਸ ਪੁਰੀ ਨੇ। ਭਾਈ ਬਿਸ਼ਨ ਦਾਸ ਪੁਰੀ ਨੇ ਇਹਨੂੰ ਰਿਵਾਈਜ਼ ਕਰਾਇਆ, ਰੀਪਬਲਿਸ਼ ਕਰਾਇਆ। ਇਹਦੇ ਵਿੱਚ ਲਿਖਿਆ ਹੋਇਆ ਵੀ ਆਪਣੇ ਦੇਸ਼ ਦੀਆਂ ਕੁਝ ਪ੍ਰਤੀਵਰਤਾ ਇਸਤਰੀਆਂ ਦਾ ਹਾਲ ਅਤੇ ਉਪਦੇਸ਼ਮਾਲਾ ਬੁਝਾਰਤਾਂ ਆਦਿਕ। ਤੇ ਹਾਂ, ਇਹਦੇ ਵਿੱਚ ਬੁਝਾਰਤਾਂ ਵੀ ਨੇ, 29 ਬੁਝਾਰਤਾਂ ਨੇ। ਪਹਿਲਾਂ ਜੀਵਨੀਆਂ ਲਿਖੀਆਂ ਹੋਈਆਂ ਨੇ 9 ਬਹਾਦਰ ਇਸਤਰੀਆਂ ਦੀਆਂ, ਫਿਰ ਉਸ ਤੋਂ ਬਾਅਦ 29 ਬੁਝਾਰਤਾਂ ਨੇ। ਇਹਨਾਂ ਦੇ ਆਨਸਰ ਵੀ ਇਹਨਾਂ ਦੇ ਨਾਲ ਲਿਖੇ ਹੋਏ ਨੇ। ਤੇ ਇਹਨਾਂ ਦਾ ਇੱਕ ਬਹੁਤ ਇੰਪੋਰਟੈਂਟ ਜੋ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਬੁੱਕਸ ਦੇ ਵਿੱਚ ਇੱਕ ਲੇਖ ਹੈ ਸਮੇਂ ਦਾ ਅਰਗ। ਇਹ ਸਮੇਂ ਦੇ ਅਰਗ ਦੇ ਵਿੱਚ ਇੱਕ ਵਾਰੀ ਇੱਕ ਸਾਧੂ ਕਿਸੇ ਦੇਸ਼ 'ਚ ਜਾਂਦਾ, ਕਿਸੇ ਨਗਰ ਦੇ ਵਿੱਚ, ਤੇ ਇਹ ਉਸ ਨਗਰ ਦੇ ਬਾਹਰ ਵੀ ਉਹ ਦੇਖਦਾ ਵੀ ਬਹੁਤ ਸਾਰੀਆਂ ਮੜੀਆਂ ਬਣੀਆਂ ਹੋਈਆਂ ਸੀ, ਤੇ ਉਹਨੇ ਇਹ ਕਿਹਾ ਵੀ ਇਹ ਸਿੱਧਾਂ ਦੀਆਂ ਸਮਾਧਾਂ ਨੇ ਤੇ ਮੈਂ ਉੱਥੇ ਚੱਲ ਕੇ ਮੱਥਾ ਟੇਕਾਂ। ਪਰ ਜਦੋਂ ਉਹ ਅੰਦਰ ਗਿਆ ਤਾਂ ਉਹਨੇ ਦੇਖਿਆ ਵੀ ਉੱਥੇ ਸਮਾਧਾਂ ਉੱਤੇ ਉਮਰ ਲਿਖੀ ਹੋਈ ਸੀ। ਕਿਸੇ ਦੀ ਲਿਖੀ ਹੈ 2 ਵਰਸ, ਕਿਸੇ ਦੀ 2.5 ਵਰਸ, ਕਿਸੇ ਦੀ 3, ਕਿਸੇ ਦੀ 4, ਕਿਸੇ ਦੀ 5, ਪਰ 5 ਵਰਸਾਂ ਤੋਂ ਵੱਧ ਉਮਰ ਨਹੀਂ ਸੀ ਲਿਖੀ। 5 ਸਾਲਾਂ ਤੋਂ ਵੱਧ ਕਿਸੇ ਵੀ ਸਮਾਧ ਉੱਤੇ ਉਮਰ ਨਹੀਂ ਸੀ ਲਿਖੀ। ਫਿਰ ਉਹ ਨਗਰ ਦੇ ਵਿੱਚ ਗਿਆ, ਪਿੰਡ ਦੇ ਵਿੱਚ ਗਿਆ ਜਦੋਂ, ਤਾਂ ਉਹਨੇ ਉੱਥੇ ਜਾ ਕੇ ਪੁੱਛਿਆ, ਨਗਰ 'ਚ ਜਾ ਕੇ ਉਹਨੇ ਪੁੱਛਿਆ ਕਿ ਇੱਥੇ ਸਿਰਫ 2, 3 ਜਾਂ 4 ਸਾਲ ਤੱਕ ਹੀ ਸਾਰੇ ਜਿਉਂਦੇ ਆ, ਵੀ ਇਸ ਤੋਂ ਵੱਡਾ ਕੋਈ ਇਸ ਉਮਰ ਦਾ ਹੈ ਨਹੀਂ ਗਾ। ਤਾਂ ਉਹ ਕਹਿੰਦੇ ਆ ਵੀ ਜਿਹੜੀ ਪੁੰਨ ਅਵਸਥਾ ਨੂੰ ਪਹੁੰਚਣਾ ਹੈ, ਉਹ ਕਹਿੰਦੇ ਵੀ ਇਹ ਕੋਈ 1 ਮਹੀਨੇ ਸਾਲ ਦਾ ਕੰਮ ਨਹੀਂ, ਵਰਿਆਂ ਦੇ ਅਭਿਆਸ ਦਾ ਕੰਮ ਹੈ। ਵੀ ਜਿਨ੍ਹਾਂ ਲੋਕਾਂ ਨੇ ਧਨ ਇਕੱਠਾ ਕੀਤਾ ਉਹ ਕਿਸੇ 1 ਦਿਨ ਜਾਂ ਮਹੀਨੇ 'ਚ ਨਹੀਂ ਕੀਤਾ, ਸਾਲਾਂ ਬੱਧੀ ਉਹਨਾਂ ਨੂੰ ਲੱਗ ਗਿਆ। ਤਾਂ ਹੀ ਕਰਕੇ ਉਹਨਾਂ ਨੇ 1-1 ਰੁਪਇਆ, 1-1 ਪੈਸਾ ਜੋੜ ਕੇ ਆਪਦਾ ਮਨੋਰਥ ਪੂਰਾ ਕੀਤਾ। ਵੀ ਇੱਕ ਦਿਨ ਦੇ ਵਿੱਚ ਕੋਈ ਵੀ ਅਮੀਰ ਨਹੀਂ ਬਣਦਾ। ਇਸੇ ਤਰ੍ਹਾਂ ਵੀ ਜੇ ਅਸੀਂ ਮੁਕਤੀ ਪ੍ਰਾਪਤ ਕਰਨੀ ਚਾਹੁੰਦੇ ਹਾਂ ਤਾਂ ਸਾਨੂੰ ਹਰ ਸਾਤੇ ਮਤਲਬ ਹਫ਼ਤੇ, ਤੇ ਹਰ ਪਲ, ਹਰ ਘੜੀ, ਹਰ ਦਿਨ ਅਜਿਹਾ ਯਤਨ ਕਰਨਾ ਚਾਹੀਦਾ ਹੈ। ਤੇ ਇਸ ਤਰ੍ਹਾਂ ਸਮੇਂ ਨੂੰ ਵਰਤਣਾ ਚਾਹੀਦਾ, ਵੀ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ, ਤੇ ਜਿਹੜਾ ਹੈਗਾ ਸ਼ੁਭ ਕੰਮਾਂ ਦੇ ਵਿੱਚ ਸਮਾਂ ਲਾਉਣਾ ਚਾਹੀਦਾ। ਨਿਕੰਮਿਆਂ ਦੇ ਸੰਗ ਰਹਿ ਕੇ ਬਹੁਤਾ ਸੌਣ ਜਾਂ ਨਕਾਰਾ ਕਰਨ ਜਿਹੜਾ ਸਾਨੂੰ ਸਮਾਂ ਨਹੀਂ ਗੁਜ਼ਾਰਨਾ ਚਾਹੀਦਾ। ਈਸ਼ਵਰ ਦੀ ਆਰਾਧਨਾ ਕਰਨੀ ਚਾਹੀਦੀ ਹੈ, ਨਾਮ ਦੀ ਮਹਿਮਾ, ਸਤਸੰਗ ਕਰਨੀ ਚਾਹੀਦੀ ਹੈ, ਤੇ ਆਪਣੇ ਆਪ ਨੂੰ ਅਮਰ ਕਰਕੇ ਆਪਣਾ ਲੋਕ ਤੇ ਪਰਲੋਕ ਸੁਧਾਰਨਾ ਚਾਹੀਦਾ ਹੈ। ਤੇ ਵੱਡਿਆਂ ਦਾ ਆਦਰ, ਵੱਡਿਆਂ ਦਾ ਆਦਰ, ਆਦਰ ਕੀ ਹੁੰਦਾ? ਜਿਹੜਾ ਪਿੱਛੇ ਸੀਗਾ ਅਰਗ ਹੁੰਦੀ ਕਦਰ, ਸਮੇਂ ਦੀ ਕਦਰ ਕਰਨੀ। ਜਿਵੇਂ ਸਮੇਂ ਦਾ ਅਰਗ ਹੈ ਤਾਂ ਸਮੇਂ ਦੀ ਕਦਰ। ਵੱਡਿਆਂ ਦਾ ਆਦਰ, ਜੇ ਆਪਾਂ ਕਿਸੇ ਨਾਲ ਮਿੱਠਾ ਬੋਲਦੇ ਹਾਂ, ਸਨੇਹ ਕਰਦੇ ਹਾਂ, ਤਾਂ ਇਸ ਤਰ੍ਹਾਂ ਵਧੀਆ ਪਿਆਰ ਨਾਲ ਵਰਤਦੇ ਹਾਂ, ਉਹਦਾ ਮਤਲਬ ਹੈ ਵੀ ਅਸੀਂ ਉਹਦਾ ਆਦਰ ਕਰ ਰਹੇ ਹਾਂ। ਆਦਰ ਕਰਨ ਦੇ ਨਾਲ ਸਭਨਾਂ ਦਾ ਮਾਣ ਹੁੰਦਾ। ਜੇ ਆਪ ਤੋਂ ਵੱਡਾ ਮਿਲੇ, ਖੜੇ ਹੋ ਕੇ ਸੀਸ ਝੁਕਾਓ, ਹੱਥ ਬੰਨ੍ਹ ਕੇ ਮੱਥਾ ਟੇਕੋ, ਪੈਰੀਂ ਹੱਥ ਲਾਓ। ਉਹਨਾਂ ਤੋਂ ਅੱਗੇ ਨਹੀਂ ਤੁਰਨਾ, ਪਿੱਛੇ ਤੁਰਨਾ। ਜੇ ਅੱਗੇ ਲੰਘਣਾ ਤਾਂ ਆਗਿਆ ਲੈ ਕੇ ਨਿਕਲੋ। ਤਾਂ ਸਾਹਮਣੇ ਖਿੜਖਿੜਾ ਕੇ ਨਹੀਂ ਹੱਸਣਾ, ਨਾ ਕੋਈ ਵੀ ਇਸ ਤਰ੍ਹਾਂ ਦੀ ਉਹਨਾਂ ਦੇ ਸਾਹਮਣੇ ਗੱਲ ਬਹੁਤ ਚੰਗੇ ਤਰੀਕੇ ਨਾਲ ਕਰਨੀ ਹੈ, ਨਿਰਲੱਜ ਬਾਣੀ ਨਹੀਂ ਬੋਲਣੀ, ਕਠੋਰ ਬਾਤ ਨਹੀਂ ਕਰਨੀ। ਵੱਡੇ ਕਹਿੰਦੇ ਕਈ ਤਰ੍ਹਾਂ ਦੇ ਹੁੰਦੇ ਆ, 5 ਪ੍ਰਕਾਰ ਦੇ ਵੱਡੇ ਦੱਸੇ ਆ ਇਸ ਪਾਠ ਦੇ ਵਿੱਚ। ਪਹਿਲਾਂ ਸਾਕੋਂ ਵੱਡਾ, ਜਿਹੜਾ ਰਿਸ਼ਤੇਦਾਰੀ 'ਚ ਵੱਡਾ, ਸਾਡੇ ਨਾਲੋਂ ਵੱਡਾ ਰਿਸ਼ਤਾ ਜਿਵੇਂ। ਦੂਜਾ ਅਵਸਥਾ 'ਚ, ਅਵਸਥਾ ਮਤਲਬ ਉਮਰ 'ਚ ਵੱਡਾ। ਤੀਜਾ ਵਿੱਦਿਆ 'ਚ ਵੱਡਾ, ਜਿਹਨੂੰ ਵੱਧ ਗਿਆਨ ਆ ਸਾਡੇ ਨਾਲੋਂ। ਚੌਥਾ ਗੁਣਾਂ 'ਚ ਵੱਡਾ, ਜਿਹਦੇ 'ਚ ਕੋਈ ਉਹ ਹੋਰ ਗਿਆਨ ਆ ਜਿਹੜਾ ਕਿ ਗੁਣ ਹੈ ਵੀ ਜਿਹੜਾ ਆਪਣੇ 'ਚ ਹੈ ਨਹੀਂ ਗਾ। ਤੇ 5ਵਾਂ ਪਦਵੀ 'ਚ ਵੱਡਾ। ਇਸ ਲਈ ਜਿੰਨੇ ਵੱਡੇ ਆ, ਜਿਹਦਾ ਜੋ ਆਦਰ ਸਤਿਕਾਰ ਬਣਦਾ ਉਦੋਂ ਉਵੇਂ ਕਰਨਾ ਚਾਹੀਦਾ। ਆਦਰ ਕਰਨਾ ਚੰਗਿਆਂ ਦਾ ਕਰਮ ਹੈ। ਤੇ ਸਭਨਾਂ ਦਾ ਆਦਰ ਕਰਨਾ ਚਾਹੀਦਾ, ਕਿਸੇ ਦਾ ਅਨਾਦਰ ਨਹੀਂ ਕਰਨਾ ਚਾਹੀਦਾ। ਇਹਨਾਂ ਦਾ ਯੋਗਦਾਨ ਪੰਜਾਬੀ ਭਾਸ਼ਾ ਨੂੰ ਪੰਜਾਬ ਵਿੱਚ ਮਾਨਤਾ ਦੇਣ ਲਈ ਹੰਟਰ ਕਮਿਸ਼ਨ ਦੇ ਸਾਹਮਣੇ ਮੈਮੋਰੈਂਡਮ ਪੇਸ਼ ਕੀਤਾ। ਪੰਜਾਬੀ ਪ੍ਰਚਾਰਨੀ ਸਭਾ ਦੇ ਲਈ ਪੁਸਤਕਾਂ ਲਿਖੀਆਂ। ਪੰਜਾਬ ਯੂਨੀਵਰਸਿਟੀ 'ਚ ਪੰਜਾਬੀ ਦਾ ਇਮਤਿਹਾਨ ਸ਼ੁਰੂ ਕਰਾਇਆ, ਤੇ ਪੰਜਾਬੀ ਵਾਰਤਕ ਨੂੰ ਧਾਰਮਿਕ ਵਲਗਣਾਂ 'ਚੋਂ ਕੱਢ ਕੇ ਲੌਕਿਕ ਲੀਹਾਂ 'ਤੇ ਤੋਰਿਆ। ਮਹੱਤਵਪੂਰਨ ਲੇਖ: ਸਮੇਂ ਦਾ ਅਰਗ, ਕੁੰਡਲੀਆਂ, ਵੱਡਿਆਂ ਦਾ ਆਦਰ, ਧਨ ਦੀ ਵਡਿਆਈ, ਬੁੱਧੀ ਦੀ ਵਡਿਆਈ, ਵਿੱਦਿਆ ਦੀ ਮਹਿਮਾ, ਈਸ਼ਵਰ ਦੀ ਸ਼ਕਤੀ, ਪਾਪ ਦਾ ਕੁਰਸੀਨਾਮਾ, ਚੁੱਪ ਰਹਿਣ ਦੇ ਗੁਣ, ਤੇ ਤੜਕੇ ਜਾਗਣ ਦੇ ਗੁਣ।